ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਅੱਜ ਅਰਥਸ਼ਾਸਤਰ ਦਾ ਇੱਕ ਨਵਾਂ ਟੌਪਿਕ ਮਨੀ ਮੀਨਿੰਗਸ ਐਵੋਲੂਸ਼ਨ ਫੰਕਸ਼ਨ ਐਂਡ ਸਪਲਾਈ ਆਫ ਮਨੀ ਦਾ ਭਾਗ ਪਹਿਲਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬੀ 'ਚ ਗੱਲ ਕਰੀਏ ਤੇ ਮੁਦਰਾ ਯਾਨੀ ਮਨੀ, ਉਸਦਾ ਅਰਥ ਕੀ ਹੈ, ਉਹਦਾ ਵਿਕਾਸ ਕਿਸ ਤਰੀਕੇ ਹੋਇਆ, ਉਹਦੇ ਕੰਮ ਕੀ ਹਨ ਅਤੇ ਉਸਦੀ ਪੂਰਤੀ ਕਿਸ ਤਰੀਕੇ ਹੁੰਦੀ ਹੈ, ਉਸ ਬਾਰੇ ਅਸੀਂ ਗੱਲ ਲੈ ਕੇ ਚੱਲ ਰਹੇ ਹਾਂ। ਸਭ ਤੋਂ ਪਹਿਲੇ ਦੇਖੀਏ ਬੇਟਾ, ਤਾਂ ਮੀਨਿੰਗ ਐਂਡ ਐਵੋਲੂਸ਼ਨ ਆਫ ਮਨੀ। ਮੁਦਰਾ ਦਾ ਅਰਥ ਕੀ ਹੈ ਅਤੇ ਉਸ ਦਾ ਵਿਕਾਸ ਕਿਵੇਂ ਹੋਇਆ। ਮੁਦਰਾ ਦਾ ਜਨਮ ਦੇਖੋ, ਵਟਾਂਦਰੇ ਨੂੰ ਸਫਲ ਬਣਾਉਣ ਲਈ ਮੁਦਰਾ ਦਾ ਜਨਮ ਹੋਇਆ ਹੈ। ਵਟਾਂਦਰਾ ਕੀ ਹੈ? ਇੱਕ ਦੂਜੇ ਨੂੰ ਚੀਜ਼ ਨੂੰ ਦੇਣਾ। ਇਸ ਤਰ੍ਹਾਂ ਮੁਦਰਾ ਨੂੰ ਆਮ ਤੌਰ ਤੇ ਉਸ ਵਸਤੂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਵਟਾਂਦਰੇ ਦੇ ਮਾਧਿਅਮ ਦੇ ਰੂਪ ਦੇ ਵਿੱਚ ਸਰਲਤਾ ਦੇ ਨਾਲ ਸਵੀਕਾਰ ਕੀਤੀ ਜਾਂਦੀ ਹੈ। ਸ਼ੁਰੂ ਵਿੱਚ ਸੋਨੇ ਅਤੇ ਚਾਂਦੀ ਵਰਗੀਆਂ ਧਾਤੂਆਂ ਦੇ ਸਿੱਕੇ ਪ੍ਰਯੋਗ ਕੀਤੇ ਗਏ, ਪਰੰਤੂ ਹੌਲੀ ਹੌਲੀ ਕਾਗਜ਼ੀ ਮੁਦਰਾ ਦੇ ਨਾਲ ਨਾਲ ਹੋਰਨਾਂ ਧਾਤੂਆਂ ਦੇ ਸਿੱਕੇ ਵੀ ਪ੍ਰਚਲਨ 'ਚ ਕੀਤੇ। ਅੱਜ ਤੁਸੀਂ ਦੇਖਦੇ ਹੋ, ਤੁਹਾਡੇ ਕੋਲ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਜਿਹਨੂੰ ਅਸੀਂ ਪਲਾਸਟਿਕ ਮਨੀ ਦਾ ਨਾਮ ਦਿੰਦੇ ਹਾਂ, ਜਾਂ ਈ ਰੁਪੀਜ਼ ਦੇ ਨਾਮ ਦੇ ਨਾਲ ਕਹਿੰਦੇ ਇਲੈਕਟ੍ਰੋਨਿਕ ਰੁਪੀ, ਉਹਦੇ ਰੂਪ ਦੇ ਵਿੱਚ ਵੀ ਮਨੀ ਜਿਹੜੀ ਹੈ ਵਰਤੀ ਜਾਂਦੀ ਹੈ। ਔਰ ਅੱਜ ਦਾ ਯੁੱਗ ਜਿਹੜਾ ਹੈ ਉਹ ਪ੍ਰਾਪਤੀ ਮੁਦਰਾ ਦਾ ਯੁੱਗ ਬਣ ਗਿਆ ਹੈ, ਜਾਂ ਇਲੈਕਟ੍ਰੋਨਿਕ ਜਾਂ ਡਿਜੀਟਲ ਮਨੀ ਦਾ ਯੁੱਗ ਜਿਹੜਾ ਬਣ ਗਿਆ। ਇਸ ਤਰ੍ਹਾਂ ਮੁਦਰਾ ਦਾ ਜਨਮ ਵਟਾਂਦਰੇ ਦੀ ਲੋੜਾਂ ਨੂੰ ਪੂਰਾ ਕਰਨ ਲਈ ਹੋਇਆ। ਅੱਗੇ ਦੇਖਦੇ ਬੇਟਾ, ਅਸੀਂ ਸਮਝੀਏ ਕਿ ਵਸਤੂ ਵਟਾਂਦਰਾ ਪ੍ਰਣਾਲੀ ਕੀ ਹੈ। ਵਸਤੂ ਵਟਾਂਦਰਾ ਪ੍ਰਣਾਲੀ ਯਾਨੀ ਕਿ ਬਾਰਟਰ ਸਿਸਟਮ, ਐਕਸਚੇਂਜ। ਬਾਰਟਰ ਇਜ਼ ਦ ਡਾਇਰੈਕਟ ਐਕਸਚੇਂਜ ਆਫ ਗੁਡਸ ਫਰੋਮ ਗੁਡਸ ਵਿਦਾਊਟ ਦ ਯੂਜ਼ ਆਫ ਮਨੀ ਐਜ਼ ਅ ਮੀਡੀਅਮ ਆਫ ਐਕਸਚੇਂਜ। ਆਰਪੀ ਕੈਂਟ ਦੀ ਇੱਕ ਸਟੇਟਮੈਂਟ ਹੈ ਬਹੁਤ ਅੱਛੀ, ਉਹ ਪਰਿਭਾਸ਼ਾ ਦਿੰਦੇ ਨੇ ਕਿ ਬਾਰਟਰ ਸਿਸਟਮ ਕੀ ਹੈ। ਵਸਤੂ ਵਟਾਂਦਰਾ ਮੁਦਰਾ ਨੂੰ ਵਟਾਂਦਰੇ ਦੇ ਸਾਧਨ ਲਈ ਪ੍ਰਯੋਗ ਕੀਤੇ ਬਿਨਾ ਵਸਤੂਆਂ ਦੇ ਨਾਲ ਪ੍ਰਤੱਖ ਵਟਾਂਦਰਾ ਹੈ। ਅਰਥਾਤ ਯਾਨੀ ਇੱਕ ਵਸਤੂ ਦੇ ਲਈ ਜੇ ਖਰੀਦਣੀ ਹੈ ਤੇ ਉਹਦੇ ਲਈ ਮਨੀ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਪੈਸੇ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਬਲਕਿ ਉਹਦੇ ਲਈ ਅਸੀਂ ਇੱਕ ਚੀਜ਼ ਦੇ ਬਦਲੇ ਦੂਸਰੀ ਚੀਜ਼ ਅਸੀਂ ਉਹਦੇ ਕੋਲ ਲੈ ਰਹੇ ਹਾਂ। ਇਹਦੇ ਕਈ ਫਾਇਦੇ ਸਨ ਔਰ ਕਦੀ ਮੁਸ਼ਕਲਾਂ ਵੀ ਸਨ, ਅਸੀਂ ਉਸਦਾ ਜ਼ਿਕਰ ਵੀ ਅੱਗੇ ਜਾ ਕੇ ਕਰਾਂਗੇ। ਅੱਗੇ ਦੇਖੀਏ ਤਾਂ ਆਂਦਾ ਕਿ ਵਟਾਂਦਰਾ ਜੀਵਨ ਦੀ ਇੱਕ ਸਧਾਰਨ ਕਿਰਿਆ ਹੈ। ਇਹਨੂੰ ਪਰਿਭਾਸ਼ਿਤ ਕਰੀਏ, ਇਸ ਦੀ ਹਿਕਸ ਨੇ ਅਰਥ ਸ਼ਾਸਤਰ ਦੀ ਪਰਿਭਾਸ਼ਾ ਆਪਸੀ ਵਟਾਂਦਰਾ ਪ੍ਰਣਾਲੀ ਦੇ ਰੂਪ ਦੇ ਵਿੱਚ ਦਿੱਤੀ ਹੈ। ਇਸ ਦਾ ਅਰਥ ਹੈ ਕਿ ਅਸੀਂ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਦੇ ਲਈ ਇੱਕ ਦੂਜੇ ਤੇ ਨਿਰਭਰ ਕਰਦੇ ਹਾਂ। ਸਮਾਜਿਕ ਜੀਵ ਹਾਂ, ਹਰ ਇੱਕ ਨੂੰ ਕੋਈ ਨਾ ਕੋਈ ਜ਼ਰੂਰਤ ਹੈ, ਕੋਈ ਚੀਜ਼ ਬਣਾਉਂਦਾ ਹੈ, ਕੋਈ ਚੀਜ਼ ਉਤਪਾਦਨ ਕਰਦਾ ਹੈ, ਤੇ ਇੱਕ ਦੂਜੇ ਦੀ ਜ਼ਰੂਰਤ ਪੂਰੀ ਕਰਨ ਲਈ ਅਸੀਂ ਇੱਕ ਦੂਜੇ ਤੇ ਨਿਰਭਰ ਰਹਿੰਦੇ ਹਾਂ। ਇਸ ਤਰ੍ਹਾਂ ਨਿਰਭਰਤਾ ਦੇ ਸਿੱਟੇ ਵਜੋਂ ਹੀ ਵਸਤੂਆਂ ਅਤੇ ਸੇਵਾਵਾਂ ਦਾ ਵਟਾਂਦਰਾ ਹੁੰਦਾ ਹੈ। ਜਦੋਂ ਲੋੜਾਂ ਜ਼ਿਆਦਾ ਅਸੀਮਤ ਨਹੀਂ ਸਨ ਤਾਂ ਵਸਤੂਆਂ ਦਾ ਪ੍ਰਤੱਖ ਰੂਪ ਨਾਲ ਵਸਤੂਆਂ ਦੇ ਰੂਪ 'ਚ ਵਟਾਂਦਰਾ ਕਰ ਲਿਆ ਜਾਂਦਾ ਸੀ। ਉਦਾਹਰਨ ਦੇ ਵਜੋਂ ਪ੍ਰਾਚੀਨ ਕਾਲ 'ਚ ਇੱਕ ਪੇਂਡੂ ਸਮੁਦਾਇ 'ਚ ਇੱਕ ਜੁੱਤੀ ਬਣਾਉਣ ਵਾਲਾ ਇੱਕ ਕਿਸਾਨ ਦੇ ਲਈ ਕਣਕ ਦੇ ਬਦਲੇ ਜੁੱਤੀ ਬਣਾਉਂਦਾ ਸੀ, ਅਤੇ ਖੇਤ ਮਜ਼ਦੂਰ ਅਨਾਜ ਦੇ ਲਈ ਖੇਤਾਂ ਵਿੱਚ ਕੰਮ ਕਰਦੇ ਸੀ। ਅਜੋਕੇ ਸਮੇਂ ਦੇ ਵਿੱਚ ਵੀ ਅਸੀਂ ਦੇਖੀਏ ਤੇ ਕਈ ਵਾਰੀ ਕਈ ਮਜ਼ਦੂਰ ਜਿਹੜੇ ਖੇਤ 'ਚ ਕੰਮ ਕਰਦੇ ਨੇ, ਕਿਸਾਨ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਬਦਲੇ ਵਿੱਚ ਕਣਕ ਜਾਂ ਜੋ ਵੀ ਜਿਣਸ ਪੈਦਾ ਕੀਤੀ ਜਾਂਦੀ ਹੈ ਉਹ ਉਹਨਾਂ ਨੂੰ ਦੇ ਦਿੰਦੇ ਹੈ। ਇਹ ਐਗਜ਼ਾਮਪਲ ਹੈ ਸਾਡੀ ਬਾਰਟਰ ਸਿਸਟਮ ਦੀ, ਯਾਨੀ ਵਸਤੂ ਵਟਾਂਦਰਾ ਪ੍ਰਣਾਲੀ ਦੀ। ਇਸ ਤਰ੍ਹਾਂ ਹੀ ਅਰਥ ਵਿਵਸਥਾ ਚੱਲਦੀ ਰਹਿੰਦੀ ਸੀ ਔਰ ਇਸ ਪ੍ਰਣਾਲੀ ਨੂੰ ਅਸੀਂ ਵਸਤੂ ਵਟਾਂਦਰਾ ਪ੍ਰਣਾਲੀ ਕਿਹਾ ਜਾਂਦਾ ਸੀ। ਅੱਗੇ ਗੱਲ ਕਰੀਏ ਬੇਟਾ, ਤਾਂ ਸਾਡੇ ਕੋਲ ਆਉਂਦਾ ਕੰਸੈਪਟ ਆਫ ਸੀ ਇਕੋਨਮੀ, ਯਾਨੀ ਵਸਤੂ ਅਰਥ ਵਿਵਸਥਾ ਦੀ ਧਾਰਨਾ। वस्तु अर्थव्यवस्था यानी कि बार्टर सिस्टम ਉਹਦਾ ਇੱਕ ਦੂਸਰਾ ਨਾਮ ਹੈ, ਪਹਿਲੇ ਵੀ ਅਸੀਂ ਗੱਲ ਕਰ ਚੁੱਕੇ ਹਾਂ। ਵਸਤੂ ਅਰਥਵਿਵਸਥਾ ਦੇ ਵਿੱਚ ਜਿੱਥੇ ਵਸਤੂਆਂ ਦਾ ਵਟਾਂਦਰਾ ਵਸਤੂਆਂ ਨਾਲ ਹੁੰਦਾ ਹੈ, ਇਸ ਕਰਕੇ ਇਹਨੂੰ ਵਸਤੂ ਵਟਾਂਦਰਾ ਪ੍ਰਣਾਲੀ ਕਿਹਾ ਜਾਂਦਾ ਹੈ। ਹੁਣ ਅਸੀਂ ਦੇਖੀਏ ਇਹ 'ਚ ਕੀ ਕਮੀਆਂ ਸਨ ਕਿ ਕਿਉਂ ਜਿਹੜੀ ਵਸਤੂ ਪ੍ਰਣਾਲੀ ਯਾਨੀ ਕਿ ਜਿਹਨੂੰ ਅਸੀਂ ਬਾਰਟਰ ਸਿਸਟਮ ਕਹਿੰਦੇ ਹਾਂ, ਇਹ ਬਹੁਤਾ ਕਾਮਯਾਬ ਨਹੀਂ ਹੋਇਆ। ਉਹਦੀ ਕਿਉਂ ਜ਼ਰੂਰਤ ਪਈ ਕਿ ਮਨੀ ਦੀ ਡਿਵੈਲਪਮੈਂਟ ਹੋਈ, ਮੁਦਰਾ ਦਾ ਵਿਕਾਸ ਹੋਇਆ, ਉਸਦਾ ਜ਼ਿਕਰ ਅਸੀਂ ਇੱਥੇ ਕਰਾਂਗੇ। ਸਭ ਤੋਂ ਪਹਿਲੇ ਜ਼ਰੂਰਤਾਂ ਦੇ ਦੋਹਰੇ ਮੇਲ ਦੀ ਘਾਟ। ਹੁਣ ਦੇਖੋ, ਵਸਤੂ ਵਟਾਂਦਰਾ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਇੱਕ ਵਿਅਕਤੀ ਦੀ ਜ਼ਰੂਰਤ ਦੀ ਵਸਤੂ ਦੂਸਰੇ ਦੇ ਕੋਲ ਹੋਵੇ, ਅਤੇ ਜਿਹੜੀ ਵਸਤੂ ਦੂਸਰਾ ਆਦਮੀ ਚਾਹੁੰਦਾ ਹੋਵੇ ਉਹ ਪਹਿਲੇ ਦੇ ਕੋਲ ਹੋਵੇ। ਯਾਨੀ ਜੇ ਦੋ ਬੰਦੇ ਆਪਸ 'ਚ ਕਿਸੇ ਵਸਤੂ ਨੂੰ ਵਟਾਉਣਾ ਚਾਹੁੰਦੇ ਨੇ, ਉਹ ਤਦ ਹੀ ਸੰਭਵ ਹੈ ਕਿ ਪਹਿਲੇ ਕੋਲ ਉਹ ਵਸਤੂ ਦੇਣ ਨੂੰ ਹੋਵੇ ਔਰ ਦੂਸਰੇ ਬੰਦੇ ਕੋਲ ਉਹ ਵਸਤੂ ਜਿਹੜੀ ਹੈ ਉਹ ਲੈਣਾ ਚਾਹੁੰਦਾ ਹੋਵੇ, ਔਰ ਉਹਦੇ ਬਦਲੇ ਉਹ ਚੀਜ਼ ਜਿਹੜੀ ਕਿ ਦੂਸਰਾ ਮੰਗਦਾ ਹੈ ਉਹ ਦੇਣ ਨੂੰ ਉਹ ਤਿਆਰ ਹੋਵੇ। ਯਾਨੀ ਵਸਤੂ ਵਟਾਉਣਾ ਸਭ ਤੋਂ ਜ਼ਰੂਰੀ ਦੋਹਰੇ ਮੇਲ ਦੀ
ਘਾਟ ਸੀ। ਉਸ ਤੋਂ ਅੱਗੇ ਗੱਲ ਕਰੀਏ ਤਾਂ ਸਾਡੇ ਕੋਲ ਆਉਂਦਾ ਮੁੱਲ ਨਿਰਧਾਰਨ ਦੀ ਮੁਸ਼ਕਲ। ਹੁਣ ਬੜਾ ਇੰਪੋਰਟੈਂਟ ਪੁਆਇੰਟ ਹੈ ਬੇਟਾ, ਇੱਥੇ ਦੇਖੋ ਸਮਝਣ ਵਾਲੀ ਗੱਲ ਹੈ ਕਿ ਵਸਤੂ ਵਟਾਂਦਰੇ ਦੀ ਪ੍ਰਣਾਲੀ ਵਿੱਚ ਵਸਤਾਂ ਦਾ ਮੁੱਲ ਕੱਢਣਾ ਵੀ ਇੱਕ ਮੁਸ਼ਕਲ ਹੁੰਦਾ ਹੈ। ਮੰਨ ਲਓ ਕਿਸਾਨ ਜੁਲਾਹੇ ਨੂੰ ਕੱਪੜਾ ਦੇਣ ਅਤੇ ਕਣਕ ਲੈਣ ਵਾਸਤੇ ਤਿਆਰ ਕਰ ਲੈਂਦਾ ਹੈ, ਪਰ ਇੱਕ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਕਿ ਉਹ ਕਿਹੜੀ ਦਰ ਹੋਵੇਗੀ ਜਿਸ ਉੱਤੇ ਇਹਨਾਂ ਵਸਤੂਆਂ ਦਾ ਵਟਾਂਦਰਾ ਹੋਵੇਗਾ। ਅਰਥਾਤ ਕੱਪੜੇ ਦਾ ਕੀ ਮੁੱਲ ਹੋਏਗਾ, ਫਿਰ ਮੁੱਲ ਦੀ ਗੱਲ ਆ ਗਈ ਵੀ ਕਿੰਨੀ ਕਣਕ ਦੇ ਬਦਲੇ ਉਹ ਕਿੰਨਾ ਕੱਪੜਾ ਦੇਗਾ, ਜਾਂ ਉਹ ਕਿੰਨੀ ਕਣਕ ਦੇ ਬਦਲੇ ਕਿੰਨਾ ਕੱਪੜਾ ਲੈਣ ਨੂੰ ਤਿਆਰ ਹੋਏਗਾ। ਇਹ ਮੁੱਲ ਨਿਰਧਾਰਨ ਦੀ ਜਿਹੜੀ ਮੁਸ਼ਕਲ ਹੈ ਇਹ ਬਹੁਤ ਹੀ ਜ਼ਿਆਦਾ ਸਾਹਮਣੇ ਆਉਂਦੀ ਸੀ। ਵਸਤੂ ਵਟਾਂਦਰੇ ਦੇ ਅੰਤਰਗਤ ਵਸਤੂਆਂ ਦੇ ਮੁੱਲ ਨੂੰ ਮਾਪਣ ਦਾ ਕੋਈ ਸਾਂਝਾ ਮਾਪਦੰਡ ਨਹੀਂ ਸੀ ਜਿਸ ਨਾਲ ਹਰ ਵਸਤੂ ਦੇ ਮੁੱਲ ਨੂੰ ਮਾਪਿਆ ਜਾ ਸਕਦਾ ਸੀ। ਅੱਜ ਕੱਲ੍ਹ ਤਾਂ ਮੁਦਰਾ ਸਾਰੀ ਵਸਤੂਆਂ ਤੇ ਸੇਵਾਵਾਂ ਦੇ ਮੁੱਲ ਦਾ ਸਾਂਝਾ ਮਾਪਦੰਡ ਹੈ। ਹੁਣ ਪੈਸੇ ਦੇ ਰੂਪ ਦੇ ਵਿੱਚ ਕੋਈ ਵੀ ਚੀਜ਼ ਅਸੀਂ ਖਰੀਦਦੇ ਹਾਂ, ਮੰਨ ਲਓ ਅਸੀਂ ਕੋਈ ਟੈਲੀਵਿਜ਼ਨ ਖਰੀਦਣ ਜਾਂਦੇ ਹਾਂ ਤਾਂ ਅਸੀਂ ਪੈਸੇ ਪੁੱਛਦੇ ਕਿੰਨੇ ਦਾ, ਉਹ ਕਹਿੰਦਾ 10,000 ਦਾ, ਇਟ ਮੀਨ ਉਹਦਾ ਮੁੱਲ ਹੋ ਗਿਆ 10,000 ਰੁਪਏ। ਇਸ ਤਰੀਕੇ ਦੇ ਨਾਲ ਜੇ ਉਹ ਵਸਤੂ ਵਟਾਂਦਰਾ ਵਾਲਾ ਸਿਸਟਮ ਹੁੰਦਾ ਤਾਂ ਉਹ ਬਹੁਤ ਮੁਸ਼ਕਲ ਸੀ, ਉਹਦੇ ਵਿੱਚ ਅਸੀਂ ਅੰਦਾਜ਼ਾ ਨਹੀਂ ਕਰ ਸਕਦੇ ਸੀ ਕਿ ਟੈਲੀਵਿਜ਼ਨ ਦਾ ਮੁੱਲ ਕਿਸ ਤਰੀਕੇ ਦੇ ਨਾਲ ਨਿਰਧਾਰਿਤ ਕੀਤਾ ਜਾ ਸਕਦਾ। ਅੱਗੇ ਦੇਖੀਏ ਤਾਂ ਸਾਡੇ ਕੋਲ ਆਉਂਦਾ ਹੈ ਵਸਤੂ ਦੇ ਉਪ ਵੰਡ ਦੀ ਮੁਸ਼ਕਲ, ਸਬ ਡਿਵੀਜ਼ਨ। ਵਸਤੂ ਵਟਾਂਦਰਾ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਵਸਤਾਂ ਦੀ ਵੰਡ ਕੀਤੀ ਜਾ ਸਕੇ ਅਤੇ ਸਫਲਤਾਪੂਰਨ ਹੋ ਸਕਦੀ ਹੋਵੇ। ਮੰਨ ਲਓ ਕਿਸੇ ਵਿਅਕਤੀ ਕੋਲ ਭੇਡਾਂ ਹਨ, ਇਹਨਾਂ ਦਾ ਘੱਟ ਮੁੱਲ ਵਾਲੀ ਵਸਤੂਆਂ ਦੇ ਬਦਲੇ ਵਟਾਂਦਰਾ ਕਰਨਾ ਲਗਭਗ ਅਸੰਭਵ ਹੈ। ਕੱਪੜੇ ਜਾਂ ਕਣਕ ਦਾ ਜ਼ਿਆਦਾ ਮੁੱਲ ਦੀ ਵਸਤੂ ਹੈ, ਉਹਨਾਂ ਦੇ ਬਦਲੇ ਵਟਾਂਦਰਾ ਹੋ ਸਕਦਾ ਹੈ, ਪਰ ਇੱਕ ਚੀਜ਼ ਦੀ ਕੀਮਤ, ਮੰਨ ਲਓ 10 ਚੀਜ਼ਾਂ ਦੀ ਕੀਮਤ ਇੱਕ ਭੇਡ ਹੈ ਔਰ ਉਹਨੂੰ 5 ਚੀਜ਼ਾਂ ਚਾਹੀਦੀਆਂ, ਅੱਧੀ ਭੇਡ ਤਾਂ ਦੇ ਨਹੀਂ ਜਾ ਸਕਦੀ, ਤਾਂ ਉਸ ਵਿੱਚ ਵਸਤੂ ਦੀ ਉਪਵੰਡ ਬਹੁਤ ਮੁਸ਼ਕਿਲ ਹੁੰਦੀ ਹੈ। ਇਸੇ ਤਰੀਕੇ ਅੱਗੇ ਚੱਲਦੇ ਹਾਂ ਤੇ ਸੇਵਾਵਾਂ ਦੇ ਮੁੱਲ ਦੀਆਂ ਮੁਸ਼ਕਲਾਂ। ਹੁਣ ਸੇਵਾਵਾਂ ਦਾ ਮੁੱਲ ਨਿਰਧਾਰਿਤ ਕਰਨਾ ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਸਾਡੇ ਕੋਲ ਹੈ। ਦੇਖੋ, ਸੇਵਾਵਾਂ ਦੇ ਮੁੱਲ ਦੀ ਹਾਲਤ ਵਿੱਚ ਵਟਾਂਦਰਾ ਪ੍ਰਣਾਲੀ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਪੈਦਾ ਕਰਦੀ ਹੈ। ਆਮ ਤੌਰ ਤੇ ਅਰਥ ਵਿਵਸਥਾ ਵਿੱਚ ਡਾਕਟਰ, ਨਾਈ, ਧੋਬੀ ਆਦਿ ਵੀ ਹੁੰਦੇ ਹਨ ਜੋ ਆਪਣੀ ਸੇਵਾਵਾਂ ਜਿਹੜੇ ਸਮਾਜ ਦੇ ਲੋਕਾਂ ਨੂੰ ਦਿੰਦੇ ਹਨ, ਔਰ ਮੁਸ਼ਕਿਲ ਇਹ ਪੈਦਾ ਹੁੰਦੀ ਹੈ ਕਿ ਉਹਨਾਂ ਦੀ ਸੇਵਾਵਾਂ ਦੇ ਬਦਲੇ ਕੀ ਦਿੱਤਾ ਜਾਵੇ। ਕੋਈ ਮਾਲਕ ਆਪਣੇ ਕਰਮਚਾਰੀ ਦੀ ਸੇਵਾਵਾਂ ਦੇ ਕਿਸ ਤਰੀਕੇ ਭੁਗਤਾਨ ਕਰੇਗਾ, ਇਸ ਤਰ੍ਹਾਂ ਸੇਵਾਵਾਂ ਦੇ ਬਦਲੇ ਭੁਗਤਾਨ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ। ਧਨ ਨੂੰ ਇਕੱਠਾ ਕਰਨ ਵਿੱਚ ਮੁਸ਼ਕਲ। ਵਸਤੂ ਵਟਾਂਦਰਾ ਪ੍ਰਣਾਲੀ 'ਚ ਧਨ ਇਕੱਠਾ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਵਸਤੂਆਂ ਨੂੰ ਜ਼ਿਆਦਾ ਦੇਰ ਤੱਕ ਭੰਡਾਰ ਕਰਕੇ ਨਹੀਂ ਰੱਖਿਆ ਜਾ ਸਕਦਾ। ਅਨਾਜ ਆਦਿ ਬਹੁਤ ਸਾਰੀ ਵਸਤੂਆਂ ਕੁਝ ਸਮੇਂ ਤੋਂ ਬਾਅਦ ਨਸ਼ਟ ਹੋ ਜਾਂਦੀਆਂ ਹਨ। ਕੁਝ ਵਸਤੂਆਂ ਨੂੰ ਆਸਾਨੀ ਨਾਲ ਚੁਰਾਇਆ ਜਾ ਸਕਦਾ ਹੈ। ਇਸ ਕਰਕੇ ਧਨ ਨੂੰ ਇਕੱਠਾ ਕਰਨਾ ਇਹ ਵੀ ਇੱਕ ਬਹੁਤ ਵੱਡੀ ਮੁਸ਼ਕਲ ਹੈ ਜਿਹੜੀ ਕਿ ਵਸਤੂ ਵਟਾਂਦਰਾ ਸਿਸਟਮ 'ਚ ਸਾਹਮਣੇ ਆਉਂਦੀ ਹੈ। ਉਧਾਰ ਲੈਣ ਅਤੇ ਦੇਣ ਦੀ ਮੁਸ਼ਕਲ। ਉਧਾਰ ਲੈਣ ਅਤੇ ਦੇਣ ਵਿੱਚ ਵੀ ਵਸਤੂ ਸੁਵਿਧਾਜਨਕ ਨਹੀਂ ਹੈ। ਜੇ ਕੋਈ ਵਿਅਕਤੀ 1 ਜਾਂ 2 ਸਾਲ ਦੇ ਵਾਸਤੇ ਉਧਾਰ ਲੈਂਦਾ ਹੈ ਤਾਂ ਉਸ ਨੂੰ ਉਸੇ ਹਾਲਤ ਵਿੱਚ ਵਾਪਸ ਨਹੀਂ ਕਰ ਸਕਦਾ। ਉਦਾਹਰਨ ਦੇ ਤੌਰ ਤੇ ਜੇ ਕੋਈ ਘੋੜਾ ਉਧਾਰ ਲੈਂਦਾ ਹੈ ਤਾਂ ਉਹ ਘੋੜਾ ਵਾਪਸ ਕਰਦਾ ਹੈ ਤਾਂ ਸੰਭਵ ਹੈ ਉਹ ਪਹਿਲਾ ਵਰਗਾ ਨਾ ਹੋਏ, 2 ਸਾਲ ਤੋਂ ਬਾਅਦ ਉਹ ਘੋੜਾ ਬਹੁਤ ਬਜ਼ੁਰਗ ਹੋ ਗਿਆ ਹੋਏ, ਉਸ ਤਰੀਕੇ ਨਾਲ ਉਹ ਕੰਮ ਨਾ ਕਰ ਸਕਦਾ ਹੋਵੇ, ਤੇ ਇਸ ਤਰੀਕੇ ਨਾਲ ਉਧਾਰ ਲੈਣ ਦੇ ਦੇਣ 'ਚ ਮੁਸ਼ਕਲ ਆਉਂਦੀ ਹੈ। ਕੁਝ ਵਸਤੂਆਂ ਜਿਵੇਂ ਕਣਕ, ਚਾਵਲ ਆਦਿ ਦਾ ਉਧਾਰ ਲਿਆ ਜਾ ਸਕਦਾ ਸੀ, ਲੇਕਿਨ ਜਿਹੜੀਆਂ ਨਾਸ਼ਵਾਨ ਹੈ, ਜਿਨ੍ਹਾਂ ਨੂੰ ਸਮੇਂ ਦੇ ਨਾਲ ਅਸਰ ਪੈਂਦਾ ਹੈ, ਉਹਨਾਂ ਵਸਤੂਆਂ ਦਾ ਉਧਾਰ ਲੈਣਾ ਬਹੁਤ ਮੁਸ਼ਕਲ। ਧਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਉੱਤੇ ਲੈ ਜਾਣ ਦੀ ਮੁਸ਼ਕਲ, ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਦੇਖੋ, ਵਸਤੂ ਵਟਾਂਦਰੇ ਵਿੱਚ ਇੱਕ ਹੋਰ ਮੁਸ਼ਕਲ ਆਉਂਦੀ ਹੈ ਕਿ ਕੋਈ ਆਦਮੀ ਜੋ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਚਾਹੁੰਦਾ ਹੈ, ਸਥਾਨਾਂਤਰਨ ਹੁੰਦਾ ਹੈ, ਇੱਕ ਥਾਂ ਤੋਂ ਦੂਸਰੀ ਜਗ੍ਹਾ ਸ਼ਿਫਟ ਹੁੰਦਾ ਹੈ, ਤਾਂ ਉਹ ਆਪਣੇ ਧਨ ਨੂੰ ਇਸ ਪ੍ਰਣਾਲੀ ਦੇ ਅੰਤਰਗਤ ਦੂਸਰੇ ਕਿਸੇ ਥਾਂ ਤੇ ਲੈ ਜਾਣ 'ਚ ਅਸਮਰੱਥ ਸੀ। ਮੰਨ ਲਓ ਉਹਦੇ ਕੋਲ ਬਹੁਤ ਸਾਰੇ ਘੋੜੇ, ਬਹੁਤ ਸਾਰੇ ਮੱਝਾਂ, ਗਾਵਾਂ, ਬਹੁਤ ਸਾਰਾ ਅਨਾਜ ਹੈ, ਤਾਂ ਕਿਸ ਤਰੀਕੇ ਨਾਲ ਇਹਨਾਂ ਸਾਰਿਆਂ ਨੂੰ ਦੂਰ ਕਿਤੇ ਲੈ ਕੇ ਜਾ ਸਕਦਾ ਸੀ। ਉਹਦੇ ਕੋਲ ਮਕਾਨ ਹੈ, ਉਹਦੇ ਕੋਲ ਜ਼ਮੀਨ ਹੈ, ਉਹ ਇੱਕ ਥਾਂ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਸੰਭਵ ਹੀ ਨਹੀਂ ਹੈ। ਮੰਨ ਲੈਂਦੇ ਹਾਂ ਘੋੜੇ ਜਾਂ ਦੂਸਰੀ ਚੀਜ਼ਾਂ ਤੇ ਲੈ ਕੇ ਜਾਣਾ ਸੰਭਵ ਸੀ, ਲੇਕਿਨ ਜਿਹੜੀ ਜ਼ਮੀਨ, ਮਕਾਨ ਜਾਂ ਹੋਰ ਇਹੋ ਜਿਹੀਆਂ ਜਿਹੜੀ ਸੰਪਤੀਆਂ ਨੇ, ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਮੁਸ਼ਕਲ। ਰਾਸ਼ਟਰੀ ਆਮਦਨ ਨੂੰ ਮਾਪਣ ਵਿੱਚ ਮੁਸ਼ਕਲ। ਦੇਖੋ, ਮੁਦਰਾ ਤੋਂ ਬਿਨਾਂ ਕਿਸੇ ਰਾਸ਼ਟਰ ਦੀ ਆਮਦਨ ਨੂੰ ਮਾਪਣਾ ਅਸੰਭਵ ਹੁੰਦਾ ਹੈ। ਇਹ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿ ਆਮਦਨ ਵੱਧ ਰਹੀ ਹੈ ਜਾਂ ਆਮਦਨ ਘਟ ਰਹੀ ਹੈ। ਉਤਪਾਦਨ ਅਤੇ ਸੇਵਾਵਾਂ ਦੇ ਸਾਰੇ ਦੇਸ਼ ਵਿੱਚ ਕਿੰਨਾ ਉਤਪਾਦਨ ਰਿਹਾ ਹੈ, ਜੋੜ ਕਰਨਾ ਸੰਭਵ ਹੀ ਨਹੀਂ ਹੁੰਦਾ। ਹੁਣ ਅੱਗੇ ਚੱਲਦੇ ਹਾਂ ਬੇਟਾ
ਹੁਣ ਅਸੀਂ ਸਮਝਦੇ ਹਾਂ ਮੁਦਰਾ ਦਾ ਅਰਥ ਕੀ ਹੈ। ਮਨੀ, ਮਨੀ ਸ਼ਬਦ ਲਿਆ ਕਿੱਥੋਂ ਗਿਆ, ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਮਨੀ ਸ਼ਬਦ ਇੱਕ ਦੇਵੀ ਦੇ ਨਾਂ ਤੋਂ ਉੱਤੇ ਰੱਖਿਆ ਗਿਆ ਹੈ, ਰੋਮਨ ਗੋਡੈਸ ਜੂਨੋ ਮੋਨੇਟਾ। ਰੋਮ ਨਿਵਾਸੀਆਂ ਨੇ ਇਸ ਦੇਵੀ ਦੇ ਮੰਦਰ ਵਿੱਚ ਪਹਿਲੀ ਟਕਸਾਲ ਬਣਾਈ, ਅਰਥਾਤ ਸਿੱਕੇ ਇਸ ਦੇਵੀ ਦੇ ਮੰਦਰ ਵਿੱਚ ਬਣਾਏ ਜਾਣ ਲੱਗੇ। ਮੁਦਰਾ ਸ਼ਬਦ ਲੈਟਿਨ ਭਾਸ਼ਾ ਜਿਸ ਦਾ ਮੋਨੇਟਾ ਤੋਂ ਸ਼ਬਦ ਤੋਂ ਵੀ ਨਿਕਲਿਆ ਹੈ। ਇੱਕ ਹੋਰ ਵਿਚਾਰ ਅਨੁਸਾਰ ਅਲੱਗ-ਅਲੱਗ ਵਿਚਾਰ ਨੇ, ਅਲੱਗ-ਅਲੱਗ ਅਰਥਸ਼ਾਸਤਰੀਆਂ ਦੇ ਜਿਹੜੇ ਇਤਿਹਾਸਕਾਰ ਨੇ ਉਹਨਾਂ ਦੇ ਵਿਚਾਰ ਨੇ ਕਿ ਜਿਹੜਾ ਮਨੀ ਸ਼ਬਦ ਹੈ ਕਿੱਥੋਂ ਨਿਕਲਿਆ, ਤੇ ਉਹਨਾਂ ਦੇ ਮੁਤਾਬਕ ਇਹ ਲੈਟਿਨ ਭਾਸ਼ਾ ਤੋਂ ਮੋਨੇਟਾ ਤੋਂ ਲਿਆ ਗਿਆ ਹੈ। ਇੱਕ ਹੋਰ ਵਿਚਾਰ ਅਨੁਸਾਰ ਲੈਟਿਨ ਭਾਸ਼ਾ ਦੇ ਸ਼ਬਦ ਪੈਕਿਨਿਨ ਸ਼ਬਦ ਤੋਂ ਲਿਆ ਗਿਆ ਜਿਸ ਦਾ ਅਰਥ ਹੈ ਐਨੀਮਲਸ ਵੈਲਥ। ਹੁਣ ਅਲੱਗ-ਅਲੱਗ ਤੌਰ ਤੇ ਦੇਖੀਏ ਤੇ ਮਨੀ ਨੂੰ ਕਿੱਥੋਂ ਲਿਆ ਗਿਆ ਹੈ, ਇਹ ਤਾਂ ਇੱਕ ਅਲੱਗ ਚੀਜ਼ ਹੈ, ਲੇਕਿਨ ਅਸਲ ਦੇ ਵਿੱਚ ਮਨੀ ਦੀ ਪਰਿਭਾਸ਼ਾ ਕੀ ਹੈ। ਕਰਾਉਥਰ ਜਿਹੜੇ ਨੇ ਉਹ ਸਾਨੂੰ ਮਨੀ ਦੀ ਪਰਿਭਾਸ਼ਾ ਦਿੰਦੇ ਹੋਏ ਕਹਿੰਦੇ ਨੇ ਕਿ ਮਨੀ ਕੈਨ ਬੀ ਐਨੀਥਿੰਗ ਦੈਟ ਇਜ਼ ਜਨਰਲੀ accepted as a mean of exchange and at the same time act as a measure and a store of value। ਅਰਥਾਤ ਮੁਦਰਾ ਦੀ ਪਰਿਭਾਸ਼ਾ ਕਿਸੇ ਵੀ ਉਸ ਵਸਤੂ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ ਜਾਂ ਪਰਿਭਾਸ਼ਾ ਦਿੱਤੀ ਜਾ ਸਕਦੀ ਹੈ ਜਿਸ ਨੂੰ ਆਮ ਤੌਰ ਤੇ ਵਟਾਂਦਰੇ ਦਾ ਮਾਧਿਅਮ ਯਾਨੀ ਵਟਾਂਦਰੇ ਵਾਸਤੇ ਵਰਤੀ ਜਾ ਸਕੇ, ਸਵੀਕਾਰ ਕੀਤਾ ਜਾਂਦਾ ਹੋਵੇ, ਅਤੇ ਇਸ ਦੇ ਨਾਲ ਹੀ ਜੋ ਮੁੱਲ ਮਾਪਕ ਅਤੇ ਮੁੱਲ ਦੇ ਭੰਡਾਰ ਦਾ ਵੀ ਕੰਮ ਕਰਦੀ ਹੋਵੇ। ਲੀਗਲ ਐਂਡ ਫੰਕਸ਼ਨਲ ਡੈਫੀਨੇਸ਼ਨ ਆਫ ਮਨੀ। ਮੁਦਰਾ ਦੀ ਵਿਧਾਨਿਕ ਅਤੇ ਕਾਰਜਕਾਰੀ ਪਰਿਭਾਸ਼ਾ ਦਾ ਜ਼ਿਕਰ ਕਰੀਏ, ਉਹ ਕੀ ਕਹਿੰਦੀ ਹੈ। ਕਾਨੂੰਨੀ ਤੌਰ ਤੇ ਮੁਦਰਾ ਅਜਿਹੀ ਵਸਤੂ ਹੋ ਸਕਦੀ ਹੈ ਜਿਸ ਨੂੰ ਕਾਨੂੰਨ ਦੁਆਰਾ ਵਟਾਂਦਰੇ ਦੇ ਮਾਧਿਅਮ ਕੀਤਾ ਜਾਵੇ। ਕਾਗਜ਼ੀ ਨੋਟ ਅਤੇ ਸਿੱਕੇ ਜਿਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਕਰੰਸੀ ਕਿਹਾ ਜਾਂਦਾ ਹੈ, ਇਹ ਮਨੀ ਦਾ ਕੰਮ ਕਰਦੇ ਹਨ। ਕਾਨੂੰਨੀ ਤੌਰ ਤੇ ਮੁਦਰਾ ਹੈ, ਕੋਈ ਵਿਅਕਤੀ ਇਹਨਾਂ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ਦੇਖੋ, ਅਸੀਂ ਕਿਸੇ ਕੋ ਪੈਸੇ ਲੈਣੇ ਹੋਣ, ਕੁਝ ਲੈਣਾ ਤੇ ਸਾਨੂੰ ਉਹ ਨੋਟ ਦਿੰਦਾ, ਅਸੀਂ ਇਨਕਾਰ ਨਹੀਂ ਕਰ ਸਕਦੇ, ਚਾਹੇ ਉਹ ਸਿੱਕੇ ਹੋਣ ਜਾਂ ਨੋਟ ਹੋਣ, ਅਸੀਂ ਉਹਨੂੰ ਲੈ ਸਕਦੇ ਹਾਂ। ਔਰ ਇਹਨਾਂ ਨੂੰ ਆਦੇਸ਼ ਮੁਦਰਾ ਵੀ ਕਿਹਾ ਜਾਂਦਾ ਹੈ, ਜਿਹਨੂੰ ਫੀਐਟ ਮਨੀ ਕਰੰਸੀ ਨੂੰ ਅਸੀਂ ਆਦੇਸ਼ ਮੁਦਰਾ ਵੀ ਕਹਿੰਦੇ ਹਾਂ, ਕਿਉਂਕਿ ਇਹਦੇ ਪਿੱਛੇ ਇੱਕ ਸਰਕਾਰੀ ਹੁਕਮ ਹੈ। ਤੁਸੀਂ ਕਿਸੇ ਮੰਨ ਲਓ ਭਾਰਤ 'ਚ ਰਹਿ ਰਹੇ ਹੋ ਤੇ ਭਾਰਤ ਦੇ ਜੇ ਕੋਈ ਤੁਸੀਂ ਚੀਜ਼ ਖਰੀਦਣ ਵਾਲਾ ਤੁਹਾਨੂੰ ਉਹਦੇ ਪੈਸੇ ਦੇ ਰੂਪ ਦੇ ਵਿੱਚ ਰੁਪਇਆਂ ਦੇ ਨੋਟ ਦੇ ਵਿੱਚ ਪੈਸੇ ਦਿੰਦਾ ਹੈ ਤਾਂ ਤੁਸੀਂ ਉਹਨੂੰ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਉਹਦੇ ਪਿੱਛੇ ਸਰਕਾਰ ਦਾ ਹੁਕਮ ਹੁੰਦਾ ਹੈ। ਮੁਦਰਾ ਦੀ ਕਾਰਨਾਤਮਕ ਪਰਿਭਾਸ਼ਾ ਦੇ ਮੁਤਾਬਕ ਕੋਈ ਵੀ ਵਸਤੂ ਮੁਦਰਾ ਹੋ ਸਕਦੀ ਹੈ ਜੋ 4 ਕਿਸਮਾਂ ਦੇ ਕੰਮ ਕਰਦੀ ਹੈ, ਉਸ ਦਾ ਜ਼ਿਕਰ ਅਗਲੀ ਸਲਾਈਡ ਦੇ ਵਿੱਚ ਕਰਾਂਗੇ। ਨੈਰੋ ਐਂਡ ਬ੍ਰੌਡ ਡੈਫੀਨੇਸ਼ਨ ਆਫ ਮਨੀ। ਮੁਦਰਾ ਦੀ ਸੰਕੁਚਿਤ ਅਤੇ ਵਿਸਤ੍ਰਿਤ ਪਰਿਭਾਸ਼ਾ। ਅਲੱਗ-ਅਲੱਗ ਅਰਥਸ਼ਾਸਤਰੀਆਂ ਦੁਆਰਾ ਅਲੱਗ-ਅਲੱਗ ਪਰਿਭਾਸ਼ਾ ਦਿੱਤੀਆਂ ਗਈਆਂ। ਅਸੀਂ ਉਹਨੂੰ 2 ਹਿੱਸਿਆਂ 'ਚ ਵੰਡਦੇ ਹਾਂ, ਇੱਕ ਸੰਕੁਚਿਤ ਪਰਿਭਾਸ਼ਾ ਔਰ ਇੱਕ ਵਿਸਤ੍ਰਿਤ ਪਰਿਭਾਸ਼ਾ। ਪਹਿਲੀ ਗੱਲ ਕਰੀਏ ਸੰਕੁਚਿਤ ਪਰਿਭਾਸ਼ਾ ਦੀ, ਤਾਂ ਮੁਦਰਾ ਦੀ ਕਾਰਜਕਾਰੀ ਪਰਿਭਾਸ਼ਾ ਨੂੰ ਸੰਕੁਚਿਤ ਪਰਿਭਾਸ਼ਾ ਮੰਨਿਆ ਜਾਂਦਾ। ਇਸ ਦੇ ਮੁਤਾਬਕ ਮੁਦਰਾ ਵਿੱਚ ਸਿਰਫ ਨੋਟ, ਸਿੱਕੇ, ਮੰਗ ਜਮਾ, ਜਿਹਨੂੰ ਮੰਗ ਜਮਾ ਅਰਥਾਤ ਚੈੱਕਾਂ ਦੁਆਰਾ ਕਰਵਾਏ ਜਾਣੇ ਜਮਾ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ 'ਚ ਸੰਕੁਚਿਤ ਪਰਿਭਾਸ਼ਾ ਦੇ ਮੁਤਾਬਕ ਮੁਦਰਾ ਵਿੱਚ ਸਿਰਫ ਉਹਨਾਂ ਵਸਤੂਆਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ ਜੋ ਮੁਦਰਾ ਦਾ ਕੰਮ ਇਹਨਾਂ ਰੂਪਾਂ 'ਚ ਕਰਦੇ ਹਨ। ਉਹ 4 ਗੱਲਾਂ ਜਿਹੜੀ ਪਿਛਲੀ ਸਲਾਈਡ 'ਤੇ ਗੱਲ ਕੀਤੀ, ਵਟਾਂਦਰੇ ਦਾ ਮਾਧਿਅਮ, ਮੁੱਲ ਦਾ ਮਾਪਦੰਡ, ਮੁੱਲ ਦਾ ਭੰਡਾਰ ਅਤੇ ਸਥਗਿਤ ਭੁਗਤਾਨਾਂ ਦਾ ਮਾਨ। ਹੁਣ ਮੁਦਰਾ ਦੀ ਵਿਸਤ੍ਰਿਤ ਪਰਿਭਾਸ਼ਾ ਦੀ ਗੱਲ ਕਰੀਏ ਤੇ ਵਿਸਤ੍ਰਿਤ ਪਰਿਭਾਸ਼ਾ 'ਚ ਕੀ ਕਹਿੰਦੇ ਹਾਂ ਆਪਾਂ। ਮੁਦਰਾ ਦੀ ਵਿਸਤ੍ਰਿਤ ਪਰਿਭਾਸ਼ਾ ਵਿੱਚ ਮੁਦਰਾ ਦੇ ਹੋਰ ਤੱਤਾਂ ਜਿਵੇਂ ਬੈਂਕਾਂ ਅਤੇ ਡਾਕਖਾਨਿਆਂ ਵਿੱਚ ਅਵਿਧੀ ਜਮਾ, ਸਥਿਰ ਜਮਾ, ਸਮਾਂ ਜਮਾ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਅਰਥਾਤ ਬੈਂਕਾਂ ਅਤੇ ਡਾਕਖਾਨਿਆਂ ਦੇ ਵਿੱਚ ਜਿਹੜੇ ਹੋਰ ਪੈਸੇ ਜਮ੍ਹਾਂ ਕੀਤੇ ਜਾਂਦੇ ਨੇ ਉਹਨਾਂ ਸਾਰਿਆਂ ਨੂੰ ਵੀ ਅਸੀਂ ਜਿਹੜੇ ਹੈ ਉਹ ਮੁਦਰਾ ਦੇ ਵਿੱਚ ਜੋੜਦੇ ਹਾਂ। ਇਹਨਾਂ ਜਮ੍ਹਾਂ ਰਾਸ਼ੀਆਂ ਨੂੰ ਬਹੁਤ ਘੱਟ ਸਮੇਂ ਦੇ ਨੋਟਿਸ ਤੇ ਮੰਗ ਜਮ੍ਹਾਂ ਭਾਵ ਚੱਕਾਂ ਦੁਆਰਾ ਕੱਢੇ ਜਾਣ ਵਾਲੇ ਜਮ੍ਹਾਂ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਇਹ ਨਿਕਟ ਮੁਦਰਾ ਸੰਪਤੀਆਂ ਹਨ। ਦੇਖੋ, ਕੁਐਸਚਨ ਛੋਟਾ ਜਿਹਾ ਵੀ ਨਾਲ ਤਿਆਰ ਹੋ ਗਿਆ। ਵਟ ਇਜ਼ ਨੀਅਰ ਮਨੀ ਐਸਟ। ਨਿਕਟ ਮੁਦਰਾ ਸੰਪਤੀਆਂ ਕਿਹਨੂੰ ਕਹਿੰਦੇ ਹਨ। ਨਿਕਟ ਮੁਦਰਾ ਤੋਂ ਭਾਵ ਉਹਨਾਂ ਸੰਪਤੀਆਂ ਤੋਂ ਹੈ ਜੋ ਮੁਦਰਾ ਦਾ ਕੰਮ ਨਹੀਂ ਕਰਦੀਆਂ, ਪਰੰਤੂ ਉਹਨਾਂ ਨੂੰ ਅਲਪਕਾਲ ਵਿੱਚ ਮੁਦਰਾ ਵਿੱਚ ਬਦਲਿਆ ਜਾ ਸਕਦਾ ਹੈ। ਫਾਰ ਐਗਜ਼ਾਮਪਲ, ਕਿਸੇ ਨੇ ਕਿਸੇ ਨੂੰ ਪੈਸੇ ਦੇਣੇ ਹਨ ਤਾਂ ਉਹ ਆਪਣਾ ਇੱਕ ਚੈੱਕ ਉਹਨੂੰ ਦੇ ਦਿੰਦਾ ਹੈ, ਜਿਹਦੇ ਬਦਲੇ ਬੈਂਕ ਉਹਨੂੰ ਉਨੀ ਮੁਦਰਾ ਜਿਹੜੀ ਹੈ ਉਹ ਦੇ ਦਿੰਦਾ ਹੈ। ਮੁਦਰਾ ਸੰਪਤੀਆਂ ਅਤੇ ਨਿਕਟ ਮੁਦਰਾ ਸੰਪਤੀਆਂ ਮਿਲ ਕੇ ਮੁਦਰਾ ਦਾ ਇੱਕ ਵਿਸਤ੍ਰਿਤ ਪਰਿਭਾਸ਼ਾ ਦੀ ਰਚਨਾ ਕਰਦੀਆਂ ਹਨ। ਹੁਣ ਦੇਖੀਏ ਅੱਗੇ ਕਿ ਮਨੀ
ਵੈਲਿਊ ਆਫ ਮਨੀ ਐਂਡ ਕਮੋਡਿਟੀ ਵੈਲਿਊ ਆਫ ਮਨੀ। ਮੁਦਰਾ ਦਾ ਮੌਦਰਿਕ ਮੁੱਲ ਅਤੇ ਮੁਦਰਾ ਦਾ ਵਸਤੂ ਮੁੱਲ। ਮੁਦਰਾ ਦਾ ਮੌਦਰਿਕ ਮੁੱਲ ਕੀ ਹੈ, ਮੁਦਰਾ ਦਾ ਵਸਤੂ ਮੁੱਲ ਕੀ ਹੈ, ਇਸ ਦਾ ਅਸੀਂ ਜ਼ਿਕਰ ਕਰਦੇ ਹਾਂ। ਮੁਦਰਾ ਦਾ ਮੌਦਰਿਕ ਮੁੱਲ ਇਸ ਸੰਬੰਧ ਵਿੱਚ ਕਿਸੇ ਸਿੱਕੇ ਦੇ ਕਾਗਜ਼ੀ ਨੋਟ ਤੇ ਅੰਕਿਤ ਮੁੱਲ ਨਾਲ ਹੈ। ਜੇ ਨੋਟ ਦੇ ਉੱਤੇ ਲਿਖਿਆ ਹੈ 500 ਰੁਪਏ, ਇਟ ਮੀਨ ਕਿ ਤੁਸੀਂ ਉਸ ਨੋਟ ਦੇ ਨਾਲ 500 ਰੁਪਏ ਦੀਆਂ ਵਸਤੂਆਂ ਜਾਂ ਸੇਵਾਵਾਂ ਖਰੀਦ ਸਕਦੇ ਹੋ। ਕਮੋਡਿਟੀ ਵੈਲਿਊ ਆਫ ਮਨੀ, ਮੌਦਰਿਕ ਮੁੱਲ, ਇਸ ਦਾ ਸੰਬੰਧ ਉਸ ਵਸਤੂ ਦੀ ਧਾਤੂ ਨਾਲ ਹੈ ਜਿਸ ਦੀ ਮੁਦਰਾ ਬਣੀ ਹੁੰਦੀ ਹੈ। ਇਸ ਤਰ੍ਹਾਂ ਜੇਕਰ ਕਿਸੇ ਸੋਨੇ ਦੇ ਜਾਂ ਚਾਂਦੀ ਦੇ ਸਿੱਕੇ ਹੋਏ ਹਨ, ਜਿਵੇਂ ਪੁਰਾਣੇ ਸਮੇਂ ਵਿੱਚ ਚਾਂਦੀ ਦੇ ਰੁਪਈਏ ਸਨ, ਅੰਗਰੇਜ਼ਾਂ ਦੇ ਸਮੇਂ ਦੇ ਵਿੱਚ, ਉਹ ਮੁਦਰਾ ਦਾ ਵਸਤੂ ਮੁੱਲ ਇਸ ਮੌਕੇ ਵਿੱਚ ਲੱਗੇ ਸੋਨੇ ਅਤੇ ਚਾਂਦੀ ਦੇ ਬਾਜ਼ਾਰ ਮੁੱਲ ਦੇ ਬਰਾਬਰ ਹੁੰਦਾ ਸੀ। ਹੁਣ ਅੱਗੇ ਗੱਲ ਕਰਦੇ ਹਾਂ ਬੇਟਾ ਕਿ ਕਲਾਸੀਫਿਕੇਸ਼ਨ ਆਫ ਮਨੀ, ਮੁਦਰਾ ਦਾ ਵਰਗੀਕਰਨ। ਮੁਦਰਾ ਨੂੰ ਅਸੀਂ ਕਿਸ ਪ੍ਰਕਾਰ ਵੰਡ ਸਕਦੇ ਹਾਂ, ਉਹਦਾ ਵਰਗੀਕਰਨ ਜਿਹੜਾ ਕਰ ਸਕਦੇ ਹਾਂ। ਤਾਂ ਦੇਖਿਆ ਜਾਏ ਤਾਂ ਮੁਦਰਾ ਨੂੰ ਮੁੱਖ ਰੂਪ 'ਚ 3 ਹਿੱਸਿਆਂ 'ਚ ਵਰਗੀਕਰਨ ਕੀਤਾ ਜਾਂਦਾ ਹੈ। पूर्ण काया मुद्रा, फुल बॉडीड मनी, प्रतिनिधि पूर्ण काया मुद्रा, रिप्रेजेंटेटिव फुल बॉडीड मनी एंड साख मुद्रा की है। इनू अगली स्लाइड से असीं समझते हाँ। पूर्ण काया मुद्रा, फुल बॉडीड मनी, इसका संबंध उस मुद्रा नाल है जो सिक्कियां दे रूप विच हुंदी है। जेकर सिक्के उत्ते अंकित मुल अते उस विच लगी हुई धातु दा मुल बराबर है ਤਾਂ ਅਜਿਹੇ ਮੌਕੇ ਨੂੰ ਪੂਰਨ ਕਾਇਆ ਮੁਦਰਾ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਪਹਿਲੇ ਵੀ ਐਗਜ਼ਾਮਪਲ ਦੱਸੀ, ਪੁਰਾਣੇ ਟਾਈਮ 'ਤੇ ਸੋਨੇ ਅਤੇ ਚਾਂਦੀ ਦੇ ਸਿੱਕੇ ਚੱਲਦੇ ਸਨ। ਅੰਗਰੇਜ਼ਾਂ ਦੇ ਸ਼ਾਸਨ ਕਾਲ ਦੇ ਵਿੱਚ 1 ਰੁਪਏ ਦਾ ਚਾਂਦੀ ਦਾ ਸਿੱਕਾ ਚੱਲਦਾ ਸੀਗਾ। ਇਸ ਮੌਕੇ ਤੇ ਵਸਤੂ ਮੁੱਲ ਇਸ ਦੇ ਮੌਦਰਿਕ ਮੁੱਲ ਦੇ ਬਰਾਬਰ ਹੋਇਆ ਕਰਦਾ ਸੀ। ਹੋਰਨਾਂ ਸ਼ਬਦਾਂ ਵਿੱਚ ਇੱਕ ਸਿੱਕੇ ਵਿੱਚ ਲੱਗੀ ਚਾਂਦੀ ਦਾ ਮੁੱਲ ਜਿਹੜਾ ਹੈ ਉਹ ਬਾਜ਼ਾਰ 1 ਰੁਪਏ ਦੇ ਬਰਾਬਰ ਹੁੰਦਾ ਸੀ। ਇਸ ਪ੍ਰਕਾਰ 1 ਰੁਪਇਆ ਪੂਰਨ ਕਾਇਆ ਮੁਦਰਾ ਸੀ। ਹੁਣ ਅੱਗੇ ਆ ਗਿਆ ਸਾਡੇ ਕੋਲ ਦੂਸਰੀ ਪ੍ਰਤੀਨਿਧੀ ਪੂਰਨ ਕਾਇਆ ਮੁਦਰਾ। ਹੁਣ ਦੇਖੋ ਬੜੇ ਇੰਪੋਰਟੈਂਟ ਪੁਆਇੰਟਸ ਨੇ ਇਸ ਸਲਾਈਡ ਤੇ। ਹਰ ਇੱਕ ਸਲਾਈਡ ਆਪਣੇ ਆਪ 'ਚ ਇੱਕ ਕੁਐਸਚਨ ਹੈ ਜੋ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛਿਆ ਵੀ ਜਾਂਦਾ। ਇਸ ਦਾ ਸੰਬੰਧ ਕਾਗਜ਼ੀ ਨੋਟਾਂ ਨਾਲ ਹੈ। ਇਹ ਨੋਟ ਪੂਰਨ ਕਾਇਆ ਮੁਦਰਾ ਦਾ ਪ੍ਰਤੀਨਿਧਿਤਵ ਕਰਦੇ ਹਨ। ਹੁਣ ਕਾਗਜ਼ ਦਾ ਨੋਟ ਤੁਹਾਨੂੰ ਦਿੱਤਾ ਜਾਂਦਾ, ਉੱਤੇ ਲਿਖਿਆ ਹੁੰਦਾ ਹੈ रिजर्व बैंक ਦੇ गवर्नर, मैं धारक को इतने रुपए देने का वचन अदा करता हूँ। ਉਹ ਪ੍ਰਤੀਨਿਧਿत्व ਕਰਦਾ ਨੋਟ, यानी वो जिन्ने का नोट है उन्ने की तुसी चीज़ खरीद सकते हो। असल में नोट ही बैंक साख निर्माण या पूर्ण काया सिक्कियां का प्रतिनिधित्व करने वाली रिसीप्ट है जिसनों सरकार जारी करती है। वो कागज जिस ते नोट छपे होंगे हैं दा अपना कोई बाजार मुल नहीं। ਹੁਣ कागज के नोट का कोई मुल नहीं है, लेकिन वो उत्ते क्योंकि नोट है वो बकायदा रिजर्व बैंक ऑफ इंडिया के गवर्नर के सिग्नेचर ने, उत्ते अमाउंट लिखा है, वो वालों गारंटी है तो वो अपना मुल बन जाता है। इस करके असीं उन्होंने प्रतिनिधि पूर्ण काया मुद्रा कहने। अगे आती है साडे कोल साख मुद्रा। साख मुद्रा यानी क्रेडिट मनी। उस मुद्रा नूं कहने हाँ जिसका मौद्रिक मुल उसके वस्तु मुल तो वध हुंदा है। इसका कारण यह है कि जिस वस्तु का मुद्रा के लिए प्रयोग किया जाता है वो वस्तु बाजार में कुल पूर्ति का एक छोटा जिहा हिस्सा होंदी है। इस तरह वस्तु का बाजार मुल मुद्रा के मुल तो बाहर बहुत ही ज़्यादा घट हुंदा है। उदाहरण के तौर पर भारत में 1 रुपए का सिक्का तुसीं देखते हो, 1 रुपए का, 50 पैसे का, 5 रुपए का सिक्का जिस धात का बनया है उसका बाजार मुल 1 रुपए के सिक्के के मौद्रिक मुल तो घट है। जेकर अजिहा नहीं है तो लोग सिक्के नूं पिघला के उस धातु का प्रयोग किसी होर रूप में भी कर सकते हैं, लेकिन उसके जी धातु 1 रुपए या 5 रुपए के सिक्के च लगी है उसका मुल उस तो बहुत ज़्यादा घट है। उन्होंने असीं साख मुद्रा का नाम देने। अगे देखिए बेटा तो क्रेडिट मनी एंड इट्स फॉर्म। साख मुद्रा ते इसके रूप किहड़े किहड़े हैं उन्होंने अगे होर बाइफिकेट करते हैं, अगे होर उन्होंने एक्सप्लेन करते हैं। प्रतीक सिक्के जिवें 1 रुपए का सिक्का, 50 पैसे का सिक्का, 5 रुपए का सिक्का, ये भारत में साख मुद्रा है क्योंकि मौके में लगी धातु का बाजार मुल उस ते अंकित मुल तो बहुत घट हुंदा है। दूसरा प्रतिनिधि प्रतीक मुद्रा, रिप्रेजेंटेटिव टोकन मनी। प्रतिनिधि प्रतीक मुद्रा वह मुद्रा है जिसके अंकित मुल अते वास्तविक मुल बराबर नहीं होंगे। देखो इंपॉर्टेंट है, यानी कि रिप्रेजेंटेशन कर रहे, जिवें असीं पिछे पढ़िया वो भी साख मुद्रा का हिस्सा। अजिही मुद्रा नूं वस्तु मुद्रा विच बदलन की सहूलत दिती जाती है।
यानी एक नोट जे उत्ते लिखिया है 500 रुपया, इट मीन कि तुसी उस नोट, उस कागज के नोट के राही 500 रुपए ਦੀਆਂ सेवावां ਜਾਂ ਵਸਤਾਂ ਜਿਹੜੀਆਂ ਹਨ ਉਹ ਬਾਜ਼ਾਰ ਤੋਂ ਤੁਸੀਂ ਖਰੀਦ ਸਕਦੇ ਹੋ। ਇਹ ਮੁਦਰਾ ਸੂਚਕ ਜਾਂ ਪ੍ਰਤੀਨਿਧੀ ਹੁੰਦੀ ਹੈ। ਪੱਤਰ ਮੁਦਰਾ, ਪੇਪਰ ਮਨੀ ਪ੍ਰਤੀਨਿਧੀ ਮੁਦਰਾ ਦਾ ਉਦਾਹਰਨ ਹੈ। ਇੱਥੇ ਅੱਗੇ ਗੱਲ ਕਰਦੇ ਹਾਂ ਪ੍ਰਚਲਨ ਵਿੱਚ ਕੇਂਦਰੀ ਬੈਂਕ ਦੇ ਵਚਨ ਆਧਾਰਿਤ ਨੋਟ ਜਿਨ੍ਹਾਂ ਦਾ ਗੱਲ ਕੀਤਾ ਹੈ। ਇਹ ਉਹ ਕਾਗਜ਼ੀ ਨੋਟ ਹਨ ਜੋ ਕੇਂਦਰੀ ਬੈਂਕ यानी किसी देश का सेंट्रल बैंक, जिमें साडे देश का सेंट्रल बैंक कौन है, रिजर्व बैंक ऑफ इंडिया द्वारा जारी किए जाते हैं। जिमें 100 रुपए, 500 के, 50 के, 20 के सारे नोट, और उन्होंने उत्ते वाक लिखोगे कि मैं धारक नूं 500 रुपए अदा करने का वचन देता हाँ। जेकर तुसीं रिजर्व बैंक जाके 500 रुपए नोट से लिखे वचन नूं पूरे करने लिए बैंक नूं 500 रुपए का नोट दिओ, तो बैंक तुहानूं इसका दूसरा 500 रुपए का नोट या 100 रुपए के 5 नोट या होर नोट जिहड़े है वो दे देगा। एक कागज का टुकड़ा जिस उत्ते उपरला वचन छपिया रहिंदा है, इस कागज के टुकड़े का बाजार मुल की है, कुछ भी नहीं। लेकिन स्पष्ट है कि वचन आधारित नोट का वस्तु मुल उसके मौद्रिक मुल के बराबर तो बहुत घट है। इस तरह उसकी साख नूं मुद्रा कहा जाएगा। बैंक की मंग जमा, डिमांड डिपॉजिट ऑफ द बैंक, मंग जमा नूं चैक द्वारा कढवाया जा सकता है ਜਾਂ ਚੈੱਕ ਰਾਹੀਂ ਕਰਕੇ ਕਿਸੇ ਹੋਰ ਵਿਅਕਤੀ ਨੂੰ ਹਸਤਾਂਤਰਿਤ ਕੀਤਾ ਜਾ ਸਕਦਾ ਹੈ। ਇਹਨਾਂ ਜਮ੍ਹਾਂ ਦੇ ਪਿੱਛੇ ਬੈਂਕਾਂ ਦੁਆਰਾ ਕਿਸੇ ਕੀਮਤੀ ਧਾਤੂ, ਸੋਨਾ ਜਾਂ ਚਾਂਦੀ ਦਾ ਕੋਈ ਵਾਅਦਾ ਨਹੀਂ ਕੀਤਾ ਜਾਂਦਾ। ਦੂਜੇ ਸ਼ਬਦਾਂ 'ਚ ਇੱਕ ਚੈੱਕ ਦਾ ਵਸਤੂ ਮੁੱਲ ਉਸ ਮੌਦਰਿਕ ਮੁੱਲ ਤੋਂ ਬਹੁਤ ਘੱਟ ਹੁੰਦਾ ਹੈ। ਅੱਜ ਕੱਲ੍ਹ ਜੇ ਮੰਨ ਲਓ ਕਿਸੇ ਨੇ ਕਿਸੇ ਨੂੰ ਵੱਡੀ ਪੇਮੈਂਟ ਕਰਨੀ ਹੈ ਤਾਂ ਕੈਸ਼ ਲੈ ਕੇ ਨਹੀਂ ਦਿੰਦਾ, ਉਹ ਉਹਨੂੰ ਇੱਕ ਡਿਮਾਂਡ ਡਰਾਫਟ ਜਾਂ ਜਿਹੜਾ ਚੈੱਕ ਹੈ ਉਹ ਉਹਨੂੰ ਦੇ ਦਿੰਦਾ ਹੈ। ਉਹ ਬੈਂਕ ਜਾ ਕੇ ਉਸ ਦੇ ਬਦਲੇ ਉਹ ਪੈਸੇ ਜਿਹੜੇ ਉਹ ਲੈ ਲੈਂਦਾ। ਚੈੱਕ ਦਾ ਆਪਣਾ ਕੋਈ ਮੁੱਲ ਨਹੀਂ ਹੈ, ਲੇਕਿਨ ਚੈੱਕ ਦੇ ਉੱਤੇ ਉਹ ਬੰਦੇ ਜਿਸਨੇ ਉਹ ਪੈਸੇ ਦੇਣੇ ਸੀ ਉਹਨੇ ਵਾਅਦਾ ਕੀਤਾ ਹੈ ਕਿ ਇਸ ਦੇ ਇੰਨੇ ਪੈਸੇ ਇਹਨੂੰ ਦੇ ਦਿੱਤੇ ਜਾਣ ਜਾਂ ਮੈਂ ਦੇਵਾਂਗਾ, ਇਸ ਕਰਕੇ ਉਹ ਉਹਨੂੰ ਪੈਸਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਹੁਣ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਸਾਡੇ ਕੋਲ ਹੈ ਐਡਵਾਂਟੇਜਸ ਔਰ ਇੰਪੋਰਟੈਂਸ ਆਫ ਮਨੀ। ਮੁਦਰਾ ਦੇ ਲਾਭ ਤੇ ਮਹੱਤਵ ਕੀ ਹਨ, ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਬੇਟਾ। ਇਹ ਇੱਕ ਵੱਡਾ ਕੁਐਸਚਨ 6 ਨੰਬਰਾਂ ਦਾ ਜਿਹੜਾ ਤੁਹਾਡੇ ਐਗਜ਼ਾਮ ਦੇ ਵਿੱਚ ਆ ਹੀ ਜਾਂਦਾ ਹੈ ਕਿ ਮੁਦਰਾ ਦੇ ਕੀ ਲਾਭ ਹਨ ਜਾਂ ਮੁਦਰਾ ਦਾ ਕੀ ਮਹੱਤਵ ਹੈ। ਤਾਂ ਉਹਨੂੰ ਅਸੀਂ ਦੇਖਦੇ ਹਾਂ। ਸਭ ਤੋਂ ਪਹਿਲਾ ਪੁਆਇੰਟ ਹੈ ਉਪਭੋਗ ਖੇਤਰ ਵਿੱਚ ਮਹੱਤਤਾ, ਇੰਪੋਰਟੈਂਸ ਇਨ ਕੰਜ਼ੰਪਸ਼ਨ। ਇੱਕ ਉਪਭੋਗਤਾ ਨੂੰ ਆਮਦਨ ਮੁਦਰਾ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਉਹ ਮੁਦਰਾ ਦੇ ਰਾਹੀਂ ਆਪਣੀ ਇੱਛਾ ਮੁਤਾਬਕ ਵਸਤੂਆਂ ਖਰੀਦ ਸਕਦਾ ਹੈ। ਮੁਦਰਾ ਦੀ ਸਹਾਇਤਾ ਨਾਲ ਉਪਭੋਗਤਾ ਆਪਣੀ ਆਮਦਨ ਨੂੰ ਸਮ ਸੀਮਾਂਤਕ ਤੁਸ਼ਟੀਗੁਣ ਦਾ ਨਿਯਮ, ਜਿਹਨੂੰ ਅਸੀਂ ਇੰਗਲਿਸ਼ ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ ਕਹਿੰਦੇ ਹਾਂ, ਦੇ ਮੁਤਾਬਕ ਖਰਚ ਕਰਕੇ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕਰ ਸਕਦਾ ਹੈ। ਮੁਦਰਾ ਦੇ ਕਾਰਨ ਉਪਭੋਗਤਾ ਨੂੰ ਵਸਤੂਆਂ ਦੀ ਚੋਣ ਦੀ ਖੁੱਲ੍ਹ ਮਿਲ ਜਾਂਦੀ ਹੈ। ਅਰਥਾਤ ਤੁਹਾਡੇ ਕੋਲ ਪੈਸੇ ਹਨ, ਤੁਹਾਨੂੰ ਤਨਖਾਹ ਪੈਸਿਆਂ ਦੇ ਰੂਪ 'ਚ ਮਿਲੀ ਹੈ, ਤੁਸੀਂ ਉਸ ਪੈਸਿਆਂ ਦੇ ਨਾਲ ਕੁਝ ਵੀ ਖਰੀਦ ਸਕਦੇ ਹੋ ਜੋ ਤੁਸੀਂ ਬਾਜ਼ਾਰ 'ਤੇ ਜਾ ਕੇ ਖਰੀਦਣਾ ਚਾਹੁੰਦੇ ਹੋ। ਦੂਸਰਾ ਪੁਆਇੰਟ ਉਤਪਾਦਕ ਖੇਤਰ ਵਿੱਚ ਮਹੱਤਤਾ, ਇੰਪੋਰਟੈਂਸ ਇਨ ਪ੍ਰੋਡਕਸ਼ਨ। ਮੁਦਰਾ ਦਾ ਉਤਪਾਦਕ ਖੇਤਰ ਵਿੱਚ ਬਹੁਤ ਵੱਧ ਮਹੱਤਵ ਹੈ। ਹਰ ਇੱਕ ਉਤਪਾਦਕ ਉਸ ਵਸਤੂ ਦਾ ਉਤਪਾਦਨ ਕਰਨਾ ਚਾਹੇਗਾ ਜਿਸ ਤੋਂ ਵੱਧ ਲਾਭ ਮਿਲੇ, ਪਰ ਲਾਭ ਦਾ ਅੰਦਾਜ਼ਾ ਤਦ ਤੱਕ ਨਹੀਂ ਲੱਗ ਸਕਦਾ ਜਦੋਂ ਤੱਕ ਕਿ ਵੱਖ-ਵੱਖ ਵਸਤੂਆਂ ਦੇ ਮੁੱਲ, ਉਹਨਾਂ ਦੀ ਪੂਰਤੀ ਅਤੇ ਉਹਨਾਂ ਦੇ ਉਤਪਾਦਨ ਲਾਗਤ ਦਾ ਪਤਾ ਨਾ ਲੱਗੇ। ਵਸਤੂਆਂ ਦੀ ਮੰਗ, ਉਹਨਾਂ ਦੀ ਪੂਰਤੀ ਅਤੇ ਮੁੱਲ ਬਾਰੇ ਪਤਾ ਲਗਾਉਣਾ ਲਈ ਮੁਦਰਾ ਬਹੁਤ ਜ਼ਰੂਰੀ ਹੈ। यानी मुद्रा एक ऐसी इंपॉर्टेंट है जिसके नाल उस जो प्रोडक्ट उत्पादित किया गया है उसकी लागत की आई है, उसको किस रेट से बेचना है, उसना कितना लाभ या हानि होएगी, ये असी मुद्रा के नाल ही अंदाजा कर सकते हाँ। अगे चलिए, इसका अगला जिहड़ा लाभ है वस्तु वटांदरे की कठिनाइयों तो छुटकारा। असी पिछे देखा कि वस्तु वटांदरा सिस्टम से बहुत सारिया मुश्किल आउंदियां ने, बहुत सारी कठिनाइयां सन। वो सारा काम जिहड़ा मुद्रा के नाल दूर हो गया। मुद्रा के प्रचलन नाल सानू वस्तु वटांदरे दीयां सहूलतां जिवें लोड़ां दे दोहरे सहयोग, मुल मापक दा अनहोंद, भंडार करन दी संबंधी सुविधा, मुल दे हस्तांतरण आदि दी सुविधा तो मुक्ति मिल जाती है। वस्तु वटांदरे कारण जिहड़ा समा ते धन खराब हुंदा सी वो मुद्रा कारण बचन लग पिया है। अगला पॉइंट देखिए साडे कोल तां है साख दा आधार। आधुनिक समय च वध तो वध ਵਪਾਰ ਸਾਖ ਤੇ ਨਿਰਭਰ ਕਰਦਾ ਹੈ। ਮੁਦਰਾ ਦੀ ਕਮੀ ਵਿੱਚ ਸਾਖ ਨਿਰਮਾਣ ਔਖਾ ਸੀ। ਜਦੋਂ ਮੁਦਰਾ ਨਹੀਂ ਸੀ, ਵਸਤੂ ਵਟਾਂਦਰਾ ਹੁੰਦਾ ਸੀ, ਉਦੋਂ ਸਾਖ ਕ੍ਰੈਡਿਟ ਜਿਹੜਾ ਹੈ ਉਹਦਾ ਨਿਰਮਾਣ ਬਹੁਤ ਸਲੋ ਸੀ, ਉਹ ਨਹੀਂ ਹੋ ਪਾਉਂਦਾ ਸੀ। ਮੁਦਰਾ ਵਿੱਚ ਸਥਿਰਤਾ ਦਾ ਗੁਣ ਹੋਣ ਕਰਕੇ ਜਿਹੜਾ ਸਾਖ ਦਾ ਜਿਹੜਾ ਉਸਦੀ ਬਹੁਤ ਡਿਵੈਲਪਮੈਂਟ ਹੋਈ। ਮੁਦਰਾ ਦਾ ਜਿਹੜਾ
ਬੈਂਕ 'ਚ ਜਮ੍ਹਾਂ ਕਰਨ ਸਾਖ ਦਾ ਨਿਰਮਾਣ ਹੋ ਸਕਿਆ ਔਰ ਸਾਖ ਦਾ ਜਿਹੜਾ ਆਧਾਰ ਮੁਦਰਾ ਬਣੀ। ਉਸ ਤੋਂ ਅੱਗੇ ਗੱਲ ਕਰੀਏ ਤੇ ਵਪਾਰ ਦੇ ਖੇਤਰ ਵਿੱਚ ਮਹੱਤਵ। ਮੁਦਰਾ ਦੇ ਕਾਰਨ ਅੰਦਰੂਨੀ ਅਤੇ ਅੰਤਰਰਾਸ਼ਟਰੀ ਵਪਾਰ ਦੋਹਾਂ ਵਿੱਚ ਹੀ ਬਹੁਤ ਵਾਧਾ ਹੋਇਆ ਹੈ। ਵਸਤੂ ਵਟਾਂਦਰੇ ਦੀ ਮੁਸ਼ਕਲਾਂ ਦੇ ਕਾਰਨ ਵਪਾਰ ਦਾ ਖੇਤਰ ਬਹੁਤ ਸੀਮਿਤ ਸੀਗਾ, ਬਹੁਤ ਸੀਮਿਤ ਖੇਤਰ 'ਚ ਵਪਾਰ ਹੋ ਸਕਦਾ ਸੀ, ਲੇਕਿਨ ਮੁਦਰਾ ਦੇ ਕਾਰਨ ਖੋਜ ਦੇ ਸਿੱਟੇ ਵਜੋਂ ਵੱਡੇ ਪੱਧਰ ਤੇ ਉਤਪਾਦਨ ਕੀਤਾ ਜਾਣ ਲੱਗਾ ਹੈ। ਅੱਗੇ ਦੇਖੀਏ ਤੇ ਵੰਡ ਦੇ ਖੇਤਰ 'ਚ ਮਹੱਤਵ। ਦੇਖੋ, ਜਦੋਂ ਰਾਸ਼ਟਰੀ ਆਮਦਨ ਦੀ ਵੰਡ ਹੁੰਦੀ ਹੈ ਤੇ ਹਰ ਇੱਕ ਜਿਹੜਾ ਫੈਕਟਰ ਹੈ ਉਹਨੂੰ ਉਹਦੇ ਮੁਤਾਬਕ ਉਹਦਾ ਹਿੱਸਾ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ, ਭੂਮੀ ਨੂੰ ਲਗਾਨ, ਪੂੰਜੀ ਨੂੰ ਵਿਆਜ, ਕਿਰਤ ਨੂੰ ਮਜ਼ਦੂਰੀ ਅਤੇ ਉਦਮੀ ਨੂੰ ਲਾਭ ਮੁਦਰਾ ਦੇ ਰੂਪ ਵਿੱਚ ਦੇਣਾ ਸੌਖਾ ਹੁੰਦਾ ਹੈ। ਪੂੰਜੀ ਨਿਰਮਾਣ, ਕੈਪੀਟਲ ਫਾਰਮੇਸ਼ਨ, ਮੁਦਰਾ ਕਾਰਨ ਬਚਤ ਅਤੇ ਨਿਵੇਸ਼ ਕਰਨਾ ਸੌਖਾ ਅਤੇ ਸੰਭਵ ਹੋ ਗਿਆ ਹੈ। ਅੱਗੇ ਗੱਲ ਕਰੀਏ ਬੇਟਾ ਤਾਂ ਸਾਡੇ ਕੋਲ ਆ ਗਿਆ ਡਿਸਐਡਵਾਂਟੇਜਸ ਆਫ ਮਨੀ। ਮੁਦਰਾ ਦੇ ਨਾਲ ਜਿਸ ਪਾਸੇ ਸੋਚਦੇ ਹਾਂ ਸਾਨੂੰ ਲੱਗਦਾ ਹੈ ਕਿ ਬਹੁਤ ਸਾਰੇ ਐਡਵਾਂਟੇਜਸ ਨੇ, ਲਾਭ ਸਨ, ਪਰ ਮੁਦਰਾ ਦੇ ਵਿਕਾਸ ਨਾਲ ਬਹੁਤ ਸਾਰੀਆਂ ਜਿਹੜੀਆਂ ਹਾਨੀਆਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ, ਸਾਡੇ ਸਮਾਜ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਸ ਦਾ ਜ਼ਿਕਰ ਅਸੀਂ ਇੱਥੇ ਕਰਦੇ ਹਾਂ ਕਿ ਮੁਦਰਾ ਦੇ ਵਿਕਾਸ ਦੇ ਨਾਲ ਕੀ ਕੀ ਹਾਨੀਆਂ ਹਨ। ਪਹਿਲਾ, ਮੁੱਲ ਵਿੱਚ ਅਸਥਿਰਤਾ। ਮੁਦਰਾ ਦੇ ਮੁੱਲ ਵਿੱਚ ਸਥਿਰਤਾ ਨਹੀਂ ਰਹਿੰਦੀ। ਇਸ ਸਮੇਂ ਵਿੱਚ ਸਮੇਂ-ਸਮੇਂ ਤੇ ਪਰਿਵਰਤਨ ਹੁੰਦਾ ਰਹਿੰਦਾ ਹੈ। ਪੱਤਰ ਮੁਦਰਾ ਅਤੇ ਬੈਂਕ ਮੁਦਰਾ ਦੇ ਪ੍ਰਚਲਨ ਤੋਂ ਬਾਅਦ ਇਹ ਅਸਥਿਰਤਾ ਹੋਰ ਵੱਧ ਗਈ ਹੈ। ਮੁਦਰਾ ਦੇ ਮੁੱਲ ਵਿੱਚ ਹੋਣ ਵਾਲੀ ਸਥਿਰਤਾ ਦੇ ਤੌਰ ਦੋ ਤਰ੍ਹਾਂ ਦੀ ਹੋ ਸਕਦੀ ਹੈ। ਇੱਕ, ਮੁਦਰਾਸਫੀਤੀ ਇਨਫਲੇਸ਼ਨ। ਦੇਖ ਹੀ ਰਹੇ ਹੋ ਇਨਫਲੇਸ਼ਨ ਕੀ ਹੁੰਦੀ ਹੈ? ਕੀਮਤਾਂ ਦਾ ਵਧਣਾ। ਇਸ ਸਥਿਤੀ ਵਿੱਚ ਕੀਮਤਾਂ ਬਹੁਤ ਵੱਧ ਜਾਂਦੀਆਂ ਨੇ, ਉਹ ਕੀਮਤਾਂ ਦੀ ਅਰਥਾਤ ਬਹੁਤ ਵਾਧਾ ਹੋ ਜਾਂਦਾ ਹੈ। ਇਸ ਨਾਲ ਸਮਾਜ ਦੇ ਗਰੀਬ ਅਤੇ ਮੱਧ ਵਰਗ ਬਹੁਤ ਬੁਰਾ ਅਸਰ ਪੈਂਦਾ ਹੈ। ਦੂਸਰਾ, ਮੁਦਰਾ ਵਿਸਥਿਤੀ, ਯਾਨੀ ਕੀਮਤਾਂ ਇੰਨੀਆਂ ਘਟ ਜਾਂਦੀਆਂ ਹਨ ਕਿ ਉਤਪਾਦਨ ਅਤੇ ਰੋਜ਼ਗਾਰ ਤੇ ਪ੍ਰਤੀਕੂਲ ਪ੍ਰਭਾਵ ਪੈਂਦੇ ਹਨ, ਜਿਸ ਕਰਕੇ ਬੇਰੋਜ਼ਗਾਰੀ ਫੈਲਦੀ ਹੈ। ਅਸੀਂ ਦੇਖੀਏ ਵਪਾਰ ਚੱਕਰ, ਮੰਦੀ ਔਰ ਤੇਜ਼ੀ ਦਾ ਦੌਰ ਜਿਹੜਾ ਆਉਂਦਾ ਹੈ ਉਹਦਾ ਕਾਰਨ ਵੀ ਮਨੀ ਹੀ ਹੈ। ਮੁਦਰਾ ਵਪਾਰਕ ਚੱਕਰਾਂ ਨੂੰ ਜਨਮ ਦਿੰਦੀ ਹੈ। ਵਪਾਰਕ ਉਤਾਰ ਚੜਾਵ ਇੱਕ ਮੁੱਖ ਕਾਰਨ ਮੁਦਰਾ ਹੀ ਹੈ। ਕੇਨ ਨੇ ਕਹਿਣਾ ਹੈ ਕਿ ਵਪਾਰਕ ਉਤਾਰ ਚੜਾਵ ਬਹੁਤ ਅਤੇ ਨਿਵੇਸ਼ ਸੰਬੰਧੀ ਫੈਸਲਿਆਂ ਵਿੱਚ ਅਸੰਤੁਲਨ ਦੇ ਨਤੀਜੇ ਹੁੰਦੇ ਹਨ। ਬਚਤ ਅਤੇ ਨਿਵੇਸ਼ ਦਾ ਸੰਬੰਧ ਮੁਦਰਾ ਨਾਲ ਹੈ, ਇਸ ਲਈ ਮੁਦਰਾ ਹੀ ਵਪਾਰ ਉਤਾਰ ਚੜਾਅ ਦਾ ਕਾਰਨ ਹੈ। ਇਸ ਦੇ ਫਿੱਟੇ ਨੂੰ ਸਾਰਾ ਜੀਵਨ ਖੇਰੂ ਜਾਂਦਾ ਹੈ। ਅਰਥਾਤ ਉਤਾਰ ਚੜਾਅ, ਜਦੋਂ ਮੰਦੀ ਦਾ ਦੌਰ ਹੈ, ਬਹੁਤ ਸਾਰੇ ਕੰਮ ਧੰਦੇ ਬੰਦ ਹੋ ਜਾਣੇ ਆ, ਬੇਰੋਜ਼ਗਾਰੀ ਆ ਜਾਂਦੀ ਹੈ, ਉਹਦਾ ਸਾਰਾ ਕਾਰਨ ਮੁਦਰਾ ਹੀ। ਅੱਗੇ ਗੱਲ ਕਰੀਏ ਤਾਂ ਸਾਡੇ ਕੋਲ ਆਉਂਦਾ ਹੈ ਵੱਧ ਪੂੰਜੀਕਰਨ। ਮੁਦਰਾ ਦੀ ਖੋਜ ਦੇ ਕਾਰਨ ਸਾਖ ਸਹੂਲਤਾਂ ਉਪਲਬਧ ਹੋਈਆਂ ਹਨ, ਜਿਸ ਦੇ ਸਿੱਟੇ ਲੋਕਾਂ ਦੇ ਉਦਯੋਗਾਂ ਵਿੱਚ ਵੱਧ ਪੂੰਜੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਵੱਧ ਪੂੰਜੀਕਰਨ ਦੇ ਕਾਰਨ ਵੱਧ ਉਤਪਾਦਨ ਹੁੰਦਾ ਹੈ। ਵੱਧ ਉਤਪਾਦਨ ਦੇ ਸਿੱਟੇ ਵਜੋਂ ਦੇਸ਼ ਵਿੱਚ ਮੰਦੀ, ਬੇਰੋਜ਼ਗਾਰੀ ਅਤੇ ਅਸਥਿਰਤਾ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਆਰਥਿਕ ਹਾਨੀ, ਮੁਦਰਾ ਦੇ ਕਾਰਨ ਕਰਜ਼ਾ ਲੈਣ ਦੀ ਸੁਵਿਧਾ ਵੱਧ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਵਿਅਕਤੀ ਲੋੜ ਨਾ ਹੁੰਦੇ ਹੋਏ ਵੀ ਕਰਜ਼ਾ ਲੈਣ ਨੂੰ ਤਿਆਰ ਰਹਿੰਦਾ ਹੈ। ਇਸ ਤਰ੍ਹਾਂ ਪ੍ਰਾਪਤ ਮੁਦਰਾ ਨੂੰ ਉਹ ਉਤਪਾਦਕ ਕੰਮਾਂ 'ਚ ਨਾ ਲਗਾਉਂਦੇ ਹੋਏ ਉਹ ਗੈਰ ਉਤਪਾਦਕ ਜਿਹੜੇ ਕਾਰਜ ਆ ਉਹ 'ਚ ਖਰਚ ਕਰ ਦਿੰਦਾ ਹੈ। ਭਾਰਤੀ ਕਿਸਾਨਾਂ ਦੇ ਲਈ ਤਾਂ ਹੁਣ ਤੱਕ ਇਹ ਮਸ਼ਹੂਰ ਸੀ ਕਿ ਉਹ ਕਰਜ਼ੇ ਵਿੱਚ ਜਨਮ ਲੈਂਦੇ ਹਨ ਅਤੇ ਕਰਜ਼ੇ ਵਿੱਚ ਜਿਉਂਦਾ ਹੈ ਅਤੇ ਕਰਜ਼ੇ ਵਿੱਚ ਹੀ ਮਰ ਜਾਂਦਾ ਹੈ। ਅੱਗੇ ਗੱਲ ਕਰੀਏ ਬੇਟਾ ਤਾਂ ਸਾਡੇ ਕੋਲ ਪੰਜਵਾਂ ਪੁਆਇੰਟ ਹੈ ਧਨ ਦੀ ਅਸਮਾਨ ਵੰਡ। ਮੁਦਰਾ ਦੇ ਕਾਰਨ ਧਨ ਦੀ ਅਸਮਾਨ ਵੰਡ ਹੋਣ ਲੱਗੀ ਹੈ। ਕੁਝ ਲੋਕ ਦੇ ਹੱਥ ਵਿੱਚ ਧਨ ਦਾ ਕੇਂਦਰੀਕਰਨ ਹੋ ਜਾਂਦਾ ਹੈ ਅਤੇ ਏਕਾਧਿਕਾਰ ਦੀ ਪ੍ਰਵਿਰਤੀਆਂ ਵਿੱਚ ਵਾਧਾ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਆਮਦਨ ਅਤੇ ਧਨ ਦੀ ਅਸਮਾਨਤਾ 'ਚ ਵਾਧਾ ਹੁੰਦਾ ਹੈ। ਕਾਲੇ ਧਨ ਦੀ ਸਮੱਸਿਆ, ਸਾਰੇ ਜਾਣਦੇ ਹਾਂ ਕਿ ਬਲੈਕ ਮਨੀ ਸਾਡੇ ਸਾਰੇ ਦੇਸ਼ਾਂ ਦੀ ਇਕਨੋਮੀ 'ਚ ਇੱਕ ਬਹੁਤ ਵੱਡੀ ਸਮੱਸਿਆ ਹੈ। ਮੁਦਰਾ ਦੇ ਕਾਰਨ ਕਾਲੇ ਧਨ ਦੀ ਸਮੱਸਿਆ ਪੈਦਾ ਹੁੰਦੀ ਹੈ। ਲੋਕਾਂ ਦੀ ਮੁਦਰਾ ਦੇ ਰੂਪ 'ਚ ਆਪਣੀ ਆਮਦਨ ਵਿੱਚੋਂ ਕਰਾਂ ਦੀ ਚੋਰੀ ਕਰਨਾ ਸੌਖਾ ਹੁੰਦਾ ਹੈ। ਸਰਕਾਰ ਮੁਦਰਾ ਦੇ ਰੂਪ 'ਚ ਪ੍ਰਗਤੀਸ਼ੀਲ ਕਰਾਂ ਦੀ ਦਰ ਇੰਨੀ ਵੱਧ ਕਰ ਦਿੰਦੀ ਹੈ ਕਿ ਕਾਲੇ ਧਨ ਦੀ ਮੌਜੂਦਗੀ ਸਰਕਾਰ ਦੀ ਮੌਦਰਿਕ ਅਤੇ ਰਾਜਕੋਸ਼ੀ ਨੀਤੀਆਂ ਨੂੰ ਫੇਲ ਕਰ ਦਿੰਦੀ ਹੈ। ਦੇਖੋ, ਇਹ ਹੈ ਬੇਟਾ ਕਿ ਮਨੀ ਦੇ ਮੀਨਿੰਗ ਕੀ ਹੈ, ਐਵੋਲੂਸ਼ਨ ਕਿਸ ਤਰ੍ਹਾਂ ਹੋਇਆ ਔਰ ਉਹਦੇ ਫੰਕਸ਼ਨ ਕੀ ਹੈ, ਉਹ ਅਸੀਂ ਅਗਲੇ ਜਿਹੜਾ ਹੈ ਟੌਪਿਕ ਉਹਦੇ ਵਿੱਚ ਅਸੀਂ ਦੇਖਣੇ ਨੇ ਕਿ ਮਨੀ ਦੇ ਕਿਹੜੇ ਹੋਰ ਕੰਮ ਜਿਹੜੇ ਮਨੀ ਕਰਦੀ ਹੈ। ਉਹ ਨੈਕਸਟ ਜਿਹੜਾ ਸਾਡਾ ਜਿਹੜਾ ਐਡੀਸ਼ਨ ਹੈ, ਸੈਕੰਡ ਪਾਰਟ ਹੈ, ਉਹਦੇ ਵਿੱਚ ਦੇਖਾਂਗੇ। ਔਰ ਇਸ ਜਿਹੜਾ ਅਸੀਂ ਜਿਹੜੀ ਲੈਕਚਰ ਅਸੀਂ ਡਿਸਕਸ ਕੀਤਾ ਹੈ, ਇਹਦੇ ਵਿੱਚ ਮੁਦਰਾ ਦਾ ਕੀ ਅਰਥ ਹੈ, ਕਿਸ ਤਰ੍ਹਾਂ ਉਹਦਾ ਵਿਕਾਸ ਹੋਇਆ ਅਤੇ ਕੀ ਕੰਮ ਨੇ ਔਰ ਕਿਸ ਤਰ੍ਹਾਂ ਮੁਦਰਾ ਦੀ ਸਪਲਾਈ ਹੈ, ਇਹਦੇ ਬਾਰੇ ਅਸੀਂ ਜ਼ਿਕਰ ਕੀਤਾ। ਆਸ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ। ਥੈਂਕ ਯੂ।